अस्सलामुअलैकुम। तो अज सुबह सुबह आप आ गए हैं बाड़े दे विच। राती दस्सिया सीगा कि बकरी नूं मोशन लगे हुए हैं, तो वह मैं ट्रीटमेंट वीडियो बनाने तो पहले जिहड़ा ना कर चुके हैं। दो बकरियां सीगियां, उन्होंने डायरिया सीगा, एक नूं काफ़ी ज़्यादा सीगा, एक नूं नॉर्मल जिहा सीगा। तो उन्हों का मैं ट्रीटमेंट जिहड़ा ना सुबह सुबह कर दिता। एक तो उन्होंने पिकलॉक्स जी ना एक बोतल पूरी पिलाती, ओवरडोजिंग दे विच गया क्योंकि बकरियां प्रैगनेंट ने तो डायरिया भी ज़्यादा सीगा। तो मैं उन्होंने एक बोतल जी ना पिकलॉक्स की 120 ml वो पूरी पिला दी। उस तो बाद अगे चलते हैं आप। तो एक बकरी असी ट्राई की सी 1 नंबर खाने दे विच, ए खड़ी है सामने। तो ये जड़ा ना इन्हें दुध हले जड़ा उतारिया होया, मगर असी इनू ट्यूबां चाढ़ दित्तियां। तो मगर हुण असी इहदा दुध जड़ा ना बिल्कुल भी हाथ नहीं लाना, दुध इहदा आटोमैटिकली खुश्क हो जाना। वड्डा इनू असी पांदे सी, वंडा दित्ता घटा। तो बाकी जड़ा वा ना यह बकरी है, यह भी गब्बन आ, इनू भी ट्राई ट्यूबां चाढ़ दित्तियां, ये भी थण बराबर हो गए हैं। तो बाकी जड़ा वा ना एक बंदा कह रहा कि मेरे को अज तुसीं मैनेजमेंट के हवाले नाल सवाल करो। ये लोगों को दसना चाह रहा कि मैं मैनेजर हाँ इत्थे दा, मैनेजर नहीं सुपरवाइज़र। मैनेजर की सीट जी ना हले बहुत उपर आ, तो वो एक बंदे कोई रहनी है, वह मैं नाम नहीं लेना। तो हुण चलते हैं इस बंदे को सवाल पुछण, सवाल पुछते हैं। तो जिदा नहीं एक मिनट, जिदा वो टीरा नहीं देखता होंदा अख चक के इंज मेरे वाल वेखदा कि नहीं वेखदा हैगा, उंज तू पहलों वेख्या वा। तो हुण तेरे कोल पुछ लैंदे, तेरे उस्ताद की गल पुछदे हैं। नहीं 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 चलो फिर छड्डदे हैं जी। एक सवाल मुस्तफा साहब की नगरी दे विच सवाल ये आ कि अगर बकरी नूं कब्ज़ हो जाए उन्होंने की देना चाहिए? मेडिकेशन दे बारे नहीं, मैनेजमेंट दे बारे में। देसी कब्ज़ हो जाए, कब्ज़ हो जाए, मेंगणा ने निकल दी हुण उस्ताद वाला दसा, जेड़ा मर्जी दस लो तुसीं, जेड़ा सिੱਖਿਆ ਸੀ ਉਹ दसा दसो। ਉਹਦੇ ਵਿੱਚ 4-5 ਚੀਜ਼ਾਂ ਸਿੱਖੀਆਂ ਸੀ ਅਸੀਂ। तुसीं एक ही दसनी है फिलहाल? ਫਿਲਹਾਲ ਇੱਕ ਦਸਾਂ। हाँ, ਮਾੜੀ ਦਸਾਂ ਚੰਗੀ ਦਸਾਂ ਜਿਹੜੀ ਕੰਮ ਕਰ ਜੇ? ਜਿਹੜੀ ਕੰਮ ਕਰ ਜੇ। ਉਹਦੇ ਵਿੱਚ ਮੇਰਾ ਪ੍ਰੈਕਟੀਕਲ ਜਿਸ ਗੱਲ ਦਾ ਨਾ ਉਹ ਇਸ ਗੱਲ ਦਾ ਕਿ ਜਦੋਂ ਮੇਂਗਣਾ ਫਸ ਜਾਣ ਪਿੱਛੇ ਬੱਕਰੇ ਨੂੰ ਜਾਂ ਬੱਕਰੀ ਨੂੰ ਉਹਦੀਆਂ ਲੱਤਾਂ ਉੱਤੇ ਕਰ ਲਓ, ਨਾਲ ਤੇਲ ਤੇ ਪਾਣੀ, ਤੇਲ ਨੂੰ ਹਲਕਾ ਜਿਹਾ ਗਰਮ ਕਰ ਲਓ, ਪਾਣੀ ਨਾਰਮਲ ਹੋਣਾ ਚਾਹੀਦਾ, ਉਹਨੂੰ ਮਿਕਸ ਕਰਕੇ। एक मिनट बस समझ आ गई। जे यही काम तुहाडे नाल कीता जावे फिर है तो माड़ा। तो फिर वैसे क्यों? वैसे नहीं वैसे मैडिकल ਦੇ ਵਿੱਚ ਮੈਂ ਇੱਕ ਚੀਜ਼ ਵੇਖੀ ਹੈ ਬਹੁਤ ਜਗ੍ਹਾ ਤੇ, ਈਵਨ ਕਿ ਮੇਰੇ ਸੁਸਰ ਸੀ, ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋਇਆ ਸੀ ਤੇ ਉਹਨਾਂ ਨੂੰ ਵੀ ਅਨੀਮੀਆ ਕੀਤਾ ਗਿਆ ਸੀ। ਅਨੀਮੀਆ ਦੇ ਮੁਤਲਕ ਮਾਰਕੀਟ ਦੇ ਵਿੱਚ ਚੀਜ਼ਾਂ ਹੈ ਨੇ। ਤੇਲ ਵਾਲਾ ਤਾਂ ਪਾਣੀ ਵਾਲਾ ਅਨੀਮੀਆ ਕੁਝ ਸਮਝ ਨਹੀਂ ਵੜ ਰਿਹਾ। ਉਹਦੇ ਵਿੱਚ ਅਸੀਂ ਮੈਡੀਕਲ ਜਿਹੜੀ ਇਨਸਾਨਾਂ ਲਈ ਸੀ, ਉਹਦੇ ਵਿੱਚ ਅਸੀਂ ਕੋਈ ਹੋਰ ਚੀਜ਼ ਉਹਨਾਂ ਨੇ ਯੂਜ਼ ਕੀਤੀ ਸੀ। ਕੀ ਹੁੰਦਾ ਭਲਾ ਉਹ? ਅਡੀਮਾ ਮਿਲਦਾ ਹੈ ਉੱਥੋਂ ਮਾਰਕੀਟ ਤੋਂ, ਉਹ ਯੂਜ਼ ਕੀਤਾ ਸੀ। ਲੇਕਿਨ ਇਹਦੇ ਵਿੱਚ ਮੇਰਾ ਇਹਦਾ ਪ੍ਰੈਕਟੀਕਲ ਤਜਰਬਾ ਹੈ, ਮੈਂ ਯੂਜ਼ ਕੀਤਾ ਬਕਾਇਦਾ ਔਰ ਰਿਜ਼ਲਟ ਵੀ ਆਇਆ ਸੀ। ਅੱਲਾ ਕਰੇ ਤੁਹਾਡੀ ਟੱਟੀ ਬੰਦ ਹੋਵੇ ਤੇ ਅਸੀਂ ਤੁਹਾਡੇ ਨਾਲ ਕਰੀਏ। ਨਹੀਂ ਅਸੀਂ ਭਾਜੀ ਉਹ ਦੂਸਰਾ ਜਿਹੜਾ ਹੈਗਾ ਨਾ ਸਾਬਣ ਲਾਈਫ ਬॉय ਰੈੱਡ ਕਲਰ ਵਾਲਾ, ਉਹ ਖੋਲ ਕੇ ਉਹਦੇ ਨਾਲ ਤੁਹਾਡਾ ਟੀਮ। ਉਹਦੇ ਦੱਸਿਓ, ਬੱਕਰੀਆਂ ਦਾ ਦੱਸ ਦਿਓ। ਨਹੀਂ ਤੁਹਾਡੇ ਨਾਲ ਕਰਨਾ, ਮੈਂ ਮੇਰੀ ਖੁਸੂਸੀ ਦੁਆ ਵਾ ਕਿ ਤੁਹਾਡੀ ਟੱਟੀ ਬੰਦ ਹੋਵੇ। ਦੁਆ ਹੈ, ਦੁਆ ਹੈ, ਇਹ ਦੁਆ ਹੀ ਸਮਝੋ। ਫਿਰ ਤੁਸੀਂ ਦੋਸਤ ਕਾਦੇ ਹੋਏ ਯਾਰ, ਸਿੱਧੀ ਸਾਦੀ ਦੁਸ਼ਮਣੀ। ਲੋ ਜੀ, ਮੱਖੀਆਂ ਪੈਦਾ ਹੋਣ ਦੀ ਸਭ ਤੋਂ ਵੱਡੀ ਜਿਹੜੀ ਸਬਬ ਇੱਥੇ ਪੈਦਾ ਹੁੰਦਾ ਨਾ, ਬਾੜਿਆਂ ਦੀ ਸਫਾਈ। ਤੇ ਸਫਾਈ ਦੇ ਮਾਮਲੇ ਦੇ ਵਿੱਚ ਇਹ ਨੱਠ ਗਿਆ ਜੇ ਹੁਣ। ਇਹ ਤੁਹਾਡਾ ਸੁਪਰਵਾਈਜ਼ਰ ਹੋ ਗਏ, ਤੁਹਾਡੀਆਂ ਨਕਾਮੀਆਂ। ਉਹ ਪਾਣੀ ਖੜਾ ਉੱਥੇ ਉਂਜੀ ਬਾੜੇ ਦੇ ਵਿੱਚ ਬਾਰਿਸ਼ ਦਾ। ਇੱਕ ਗੱਲ ਹੋਰ ਹੈ, ਇੱਥੇ ਤਾਂ ਜਿਹੜਾ ਇਹ ਵਾਲਾ ਸ਼ੈੱਡ ਹੈ ਨਾ, ਉਹ ਸੁਪਰਵਾਈਜ਼ਰ ਮੋਹਸਨ ਸਾਹਿਬ। ਤੁਸੀਂ ਇੱਧਰ ਕਰ ਕੀ ਰਹੇ ਹੋ ਫੇ? ਕੀ ਗੱਲ ਹੈ ਅੱਜ ਸਾਰਾ ਤੇਤੀ ਅੱਜ ਕਾਕਾ ਠੁਕਣੇ। ਨਹੀਂ ਦੱਸੋ ਇਹ ਸਫਾਈ ਦਾ ਕੀ ਹੈ ਮਸਲਾ? ਅਸਲ ਸਫਾਈ ਦਾ ਮੈਂ ਦੱਸ ਦਿੰਦਾ ਜੀ। ਇਹ ਗਿੱਲੀ ਜਿਹੜੀ ਜਗ੍ਹਾ ਹੋ ਰਹੀ ਹੈ, ਹਾਂਜੀ, ਉਹਦੀ ਵਜ੍ਹਾ ਇਹ ਵੇ ਕਿ ਅੱਜ ਕੱਲ੍ਹ ਬਾਰਿਸ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਬਾਹਰੋਂ ਸਾਨੂੰ ਮਿੱਟੀ ਖੁਸ਼ਕ ਨਹੀਂ ਲੱਭ ਰਹੀ, ਜਿਹਦੀ ਵਜ੍ਹਾ ਤੋਂ ਇਹ ਗਿੱਲੀ ਜਗ੍ਹਾ ਰਹਿ ਗਈ ਹੈ। ਜਿਸ ਵੇਲੇ ਹੀ ਧੁੱਪ ਨਿਕਲੇ ਨਾ, ਦੁਆ ਕਰੋ, ਤੁਸੀਂ ਵੀ ਸਾਰੇ ਦੁਆ ਕਰਨਾ, ਕੋਈ 2-4 ਦਿਨ ਧੁੱਪ ਨਿਕਲੇ ਤੇ ਸਾਨੂੰ ਖੁਸ਼ਕ ਮਿੱਟੀ ਲੱਭ ਜਾਵੇ। ਜਿਵੇਂ ਖੁਸ਼ਕ ਮਿੱਟੀ ਆਉਂਦੀ ਹੈ, ਅਸੀਂ ਸਾਰੀ ਜਗ੍ਹਾ ਤੇ ਖੁਸ਼ਕ ਮਿੱਟੀ ਪਾ ਦਿਆਂਗੇ ਤੇ ਸਾਰੀ ਖੁਸ਼ਕੀ ਕਰ ਦਿਆਂਗੇ ਤਮਾਮ ਵਾੜਿਆਂ ਦੇ ਵਿੱਚ ਇਨਸ਼ਾਅੱਲਾ। ਚਲੋ ਲਓ ਜੀ ਮਿੱਤਰੋ, ਦੇ ਵੇਲੇ ਇਹਨਾਂ ਨੇ ਦੱਸਿਆ ਕਿ ਛੋਟਾ ਜਿਹਾ ਕੁਲੀਆ ਕਿ ਮਿੱਟੀ ਬਾਹਰੋਂ ਲੈ ਕੇ ਆਣੀ ਆ, ਮਗਰ ਮਿੱਟੀ ਵਾਲਾ ਜਿਹੜਾ ਕੰਮ ਨਾ ਉਹ ਕੱਲ ਨੂੰ ਫਿਰ ਜਿਹੜਾ ਨਾ ਉਹ ਚਿੱਕੜ ਜਿਹੜਾ ਨਾ ਜ਼ਿਆਦਾ ਬਣ ਜਾਣਾ, ਗੰਦਗੀ ਜ਼ਿਆਦਾ ਪੈਦਾ ਹੋਣੀ ਆ ਮਿੱਟੀ ਦੇ ਨਾਲ। ਉਸ ਦਾ ਬਿਹਤਰੀਨ ਹੱਲ ਇਹ ਆ ਕਿ ਫੋੜੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਖਰੋਚਿਆ ਜਾਵੇ, ਮਿੱਟੀ ਜਿਹੜੀ ਉੱਪਰ ਵਾਲੀ ਹੈ ਨਾ ਉਹ ਕੱਢੀ ਜਾਵੇ। ਇਹ ਵੇਖੋ ਤੁਸੀਂ ਇੱਕ ਦਫਾ, ਇਹ ਜਿਹੜਾ ਨਾ ਮਿੱਟੀ ਜਿਹੜੀ ਨਾ ਉੱਪਰ ਵਾਲੀ
ਉਹ ਹੈ, ਤੇ ਦੂਸਰਾ ਬਾੜਾ ਛੋਟਾ ਵਾ ਤੇ ਬੱਕਰੀਆਂ ਹੈਗੀਆਂ ਨੇ ਇਹਦੇ ਵਿੱਚ ਜ਼ਿਆਦਾ। ਜਿਹੜੇ ਆਹੀ ਬੱਕਰੀਆਂ ਇੱਧਰ ਮੇਰੇ ਪਿੱਛੇ ਜਿਹੜਾ ਬਾੜਾ ਵਾ ਇਹਦੇ ਵਿੱਚ ਸੀਗਾ ਬਾੜਾ ਜਿਹੜਾ ਨਾ ਇਹ ਖੁਸ਼ਕ ਹੋ ਚੱਲਾ। ਇਹਦੇ ਵਿੱਚ ਇੱਕ ਤਾਂ ਬੱਕਰੀਆਂ ਵੀ ਜ਼ਿਆਦਾ ਵਾ। ਇਹਦੇ ਵਿੱਚ ਤਰੀਕਾਕਾਰ ਇਹ ਹੋ ਸਕਦਾ ਕਿ ਫੋੜੇ ਦੇ ਨਾਲ ਅੱਛੀ ਤਰ੍ਹਾਂ ਇਹ ਸਾਫ਼ ਕੀਤਾ ਜਾਵੇ, ਫਿਰ ਉੱਤੇ ਝਾੜੂ ਫੇਰਿਆ ਜਾਵੇ, ਬੱਕਰੀਆਂ ਨੂੰ ਅੱਧਾ ਪੌਣਾ ਘੰਟੇ ਲਈ ਨਾ ਸ਼ਾਮ ਟਾਈਮ ਬਾਹਰ ਕੱਢ ਦਿੱਤਾ ਜਾਵੇ। ਇਹ ਹੱਲ ਆ ਉਹਦਾ। ਤੇ ਉੱਤੇ ਜਿਹੜਾ ਨਾ ਚੂਨਾ ਜਿਹੜਾ ਨਾ ਉਹ ਲਾਜ਼ਮੀ ਚੰਗੀ ਤਰ੍ਹਾਂ ਇੰਝ ਹੀ ਹੋਵੇ ਜਿੱਦਾਂ ਕੋਈ ਨਾ ਬਰਫਾਨੀ ਇਲਾਕਾ ਹੁੰਦਾ, ਇੰਨਾ ਕੁ ਚੂਨਾ ਪਾ ਦੇਵੇ ਬੰਦਾ। ਉਸ ਦੇ ਨਾਲ ਇੱਕ ਤੇ ਜਰਾਸੀਮ ਥੱਲੇ ਵਾਲੇ ਤਲਫ ਹੋ ਜਾਣਗੇ, ਦੂਸਰਾ ਮੱਖੀਆਂ ਜਿਹੜੀਆਂ ਜਾਨਵਰਾਂ ਨੂੰ ਡਿਸਟਰਬ ਕਰਦੀਆਂ ਵਾ ਉਹ ਵੀ ਕਲੀਅਰ ਹੋ ਜਾਣਗੀਆਂ, ਉਹ ਵੀ ਮਰ ਜਾਣਗੀਆਂ। ਤੀਸਰੀ ਗੱਲ ਇਹ ਕਿ ਮੱਖੀਆਂ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਨਾ ਉਹ ਇੱਕ ਜਾਨਵਰ ਤੋਂ ਦੂਸਰੇ ਜਾਨਵਰ ਦੇ ਵਿੱਚ ਮੁੰਤਕਿਲ ਕਰਨ ਦਾ ਸਬੱਬ ਬਣਦੀਆਂ, ਬਹੁਤ ਜ਼ਿਆਦਾ ਖਤਰਨਾਕ। ਤੇ ਇਹ ਮੱਖੀਆਂ ਜਿਹੜੀਆਂ ਵਾ ਨਾ ਪ੍ਰੈਗਨੈਂਸੀ ਨੂੰ ਜ਼ਾਇਆ ਕਰਨ ਦੇ ਵਿੱਚ ਵੀ ਆਪਣਾ ਅਮਲ ਦਰਾਮਦ ਕਰਦੀਆਂ ਨੇ। ਯਾਨੀ ਕਿ ਕਿੰਨਾ ਨੁਕਸਾਨ ਹੋਇਆ ਬੜਾ। ਇਹ ਤੁਹਾਡੀ ਸਾਰੇ ਨਾ ਨੁਕਸਾਨ ਹੀ ਹੈ। ਇਮਰਾਨ ਖਾਨ ਕਹਿੰਦਾ ਸੀ ਨਾ ਇਹ ਲੋਕ, ਇਹ ਤੁਹਾਡੀ ਨਾ ਇਹ ਲਈ ਆ ਜਿਹੜਾ ਤੁਸੀਂ ਬਾੜਾ ਸਾਫ਼ ਨਹੀਂ ਕਰਾਉਂਦੇ ਇਹ ਦੇਖ ਲਓ, ਅਗਰ ਹੁੰਦਾ ਨਾ ਇਹ ਮੇਰੇ ਪਾਸ ਹੈ ਤੇ ਮੇਰੇ ਪਾਸ ਇੱਕ ਹੋ ਮਿੰਟ ਜਾਣਾ ਸੀ। ਇੱਕ ਮਿੰਟ ਪਰ ਚਲੋ ਕੋਈ ਨਹੀਂ, ਮੈਂ ਆਪਣੀ ਜ਼ਿੰਮੇਵਾਰੀ ਲੈ ਰਿਹਾ ਜੀ। ਇੱਕ ਮਿੰਟ ਨਾ 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 ਉਹਨੇ ਇੰਜ ਹੀ ਜਵਾਬ ਦੇਣਾ ਸੀ। ਮੈਂ ਜੱਟ ਜਿਹਾ ਬੰਦਾ, ਮੈਂ ਜਵਾਬ ਦਿੱਤਾ ਸੀ ਅੱਧਾ ਉਹ ਭਾਈ ਅਸੀਂ ਮਰਾਸੀ ਆ, ਅਸੀਂ ਵੀ ਤੇ ਜੱਟ ਆ। ਇਹ ਬਰਹਾਲ ਜਿਹੜਾ ਨਾ ਕੰਮ ਜਿਹੜਾ ਇਹ ਆ ਕਿ ਜਿਹੜਾ ਤੇਰਾ ਬਾੜਾ ਵਾ ਨਾ ਬੱਕਰੀਆਂ ਵਾਲਾ, ਉਧਰ ਵੀ ਨਾ ਇਹ ਲਈ ਅਰੂਜ ਤੇ ਆ। ਖੁੱਲੀਆਂ ਇਸ ਬੰਦੇ ਨੇ ਸਾਫ਼ ਕਰਾਈਆਂ ਵਾ ਕੱਲ, ਉਹ ਵੀ ਮੁੰਡੇ ਨੇ ਆਖਿਆ, ਉਹਦੇ ਵਿੱਚੋਂ ਨਿਕਲੇ ਨੇ ਕੀੜੇ। ਇਹ ਹੁਣ ਮਾੜੀ ਗੱਲ ਹੈ, ਇਹ ਹੁਣ ਮਾੜੀ ਗੱਲ ਹੈ। ਇੰਜ ਨਹੀਂ, ਹੁਣ ਇਹ ਵੀ ਕਹਿਣਾ ਉਹ ਵੀ ਮੇਰਾ ਨਹੀਂ। ਮੈਂ ਕਰਾਈਆਂ ਨੇ ਔਰ ਆਪਣੇ ਅੰਡਰ ਹੋ ਕੇ ਆਪਣੇ ਨਿਗਰਾਨੀ ਚ ਕਰਾਈਆਂ ਨੇ, ਔਰ ਮੈਨੂੰ ਪਤਾ ਸੀ ਕਿ ਇੱਥੇ ਵਿੱਚ ਮਸਲਾ ਬਣ ਰਿਹਾ ਤਾਂ ਕਿ ਉਸ ਤੋਂ ਬਾਅਦ ਮੈਂ ਫਿਰ ਮੈਂ ਦੇਖ ਰਿਹਾ ਸੀਗਾ ਪਿਛਲੇ ਨਾ 2 ਹਫ਼ਤੇ ਤੋਂ ਗੱਲ ਹੋ ਗਈ ਹੈ ਜਿਹੜੀ ਕੰਮ ਹੋ ਗਿਆ ਉਹ ਤੇ ਤੁਸੀਂ ਨਾ ਕਵਾਓ। ਫਿਰ ਤੁਸੀਂ ਕਿਸੇ ਹੋਰ ਨੂੰ ਕ੍ਰੈਡਿਟ ਦੇ ਰਹੇ ਹੋ, ਉਹ ਫਲਾਣੇ ਨੇ ਕਿਹਾ ਠੀਕ ਹੈ। ਇਹ ਨਾ ਇੰਜ ਨਾ ਅਹਲੀ ਜਿਹੜੇ ਬੰਦੇ ਦੀ ਉਹਨੇ ਕਰਨੀ ਆ, ਉਹਨੇ ਅਸੀਂ ਠਹਿਰਾਵਾਂਗੇ ਕਿ ਤੂੰ ਨਾ ਅਹਲ ਆ। ਲੋ ਜੀ, ਬਾੜੇ ਦੇ ਵਿੱਚ ਇੱਕ ਬੱਕਰੀ ਦੇਖੀ ਆ ਤੇ ਬਾਹਰ ਖੜੇ ਹੋਏ ਤੇ ਬੱਕਰੀ ਤੇ ਨਿਕਲ ਆਈਆਂ ਨੇ ਗਿਲਟੀਆਂ, ਟਿਊਮਰਸ। ਤੇ ਬੱਕਰੀ ਸਾਡੀ ਮਾਸ਼ਾਅੱਲਾ ਬੜੀ ਪਿਆਰੀ ਹੈ ਇਹ। ਤੇ ਬੱਕਰੀ ਦੇ ਗਰਦਨ ਦੇ ਥੱਲੇ ਬਿਲਕੁਲ ਮੂੰਹ ਦੇ ਥੱਲੇ ਜਿਹੜਾ ਨਾ 2 ਗਿਲਟੀਆਂ ਬਣੀਆਂ ਨੇ। ਇਹ ਖੜੀ ਹੋ ਜਾਵੇ ਦਾਂ ਦੇ ਨਾਲ ਤੇ ਫਿਰ ਤੁਹਾਨੂੰ ਦਿਖਾਈਏ। ਇਹ ਦੇਖੋ, ਇਹ 2 ਗਿਲਟੀਆਂ ਨੇ, ਇੱਕ ਤੇ ਬਾਹਰ ਹੀ ਉੱਭਰ ਆਈ ਆ, ਇੱਕ ਨੀਚੇ ਆ ਥੋੜੀ ਜਿਹੀ। ਇਹ ਜਿਹੜਾ ਸਭ ਤੋਂ ਮੇਨ ਕੰਮ ਜਿਹੜਾ ਨਾ ਗਿਲਟੀਆਂ ਵਾਲਾ ਹੁੰਦਾ, ਇਹ ਗਿਲਟੀਆਂ ਜਾਨਵਰ ਦਾ ਬੇੜਾ ਗਰਕ ਕਰ ਦਿੰਦੀਆਂ। ਯਾਨੀ ਕਿ ਜਾਨਵਰ ਸਟ੍ਰੈਸ ਲੈਂਦਾ, ਨਿਕਲ ਤਾਂ ਆਪਣੇ ਆਪ ਹੀ ਜਾਂਦੀਆਂ ਨੇ, ਖੁਦ ਆਪਰੇਟ ਥੋੜ੍ਹਾ ਬਹੁਤ ਕਰਨਾ ਪੈਂਦਾ, ਨਹੀਂ ਤੇ ਇਹਦੇ ਜਿਹੜੇ ਜਰਾਸੀਮ ਹੁੰਦੇ ਨੇ ਬਹੁਤ ਜ਼ਿਆਦਾ ਭੈੜੇ ਹੁੰਦੇ ਨੇ, ਉਸ ਦੇ ਵਿੱਚ ਜਾਨਵਰ ਜਿਹੜਾ ਨਾ ਸਟ੍ਰੈਸ ਲੈ ਜਾਂਦਾ। ਉਹ ਜਿਹੜੇ ਬੈਕਟੀਰੀਆ ਹੁੰਦੇ ਨੇ ਉਹ ਦੂਸਰੇ ਜਾਨਵਰਾਂ 'ਤੇ ਵੀ ਅਟੈਕ ਕਰ ਜਾਂਦੇ ਜਿਸ ਵਕਤ ਪਤਾ ਨਹੀਂ ਲੱਗਦਾ ਜਾਨਵਰ ਦਾ। ਜਾਨਵਰ ਦੀ ਗਿਲਟੀ ਛੋਟੀ ਮੋਟੀ ਹੋਵੇ ਤਾਂ ਉਹਨੂੰ ਅਗਰ ਧਿਆਨ ਦੇ ਨਾਲ ਨਾ ਦੇਖਿਆ ਜਾਵੇ ਤਾਂ ਉਹ ਜਾਨਵਰ ਜਿਹੜਾ ਨਾ ਮਿਊਕਸ ਉਹਦਾ ਥੱਲੇ ਨਿਕਲ ਜਾਂਦਾ। ਉਹ ਬੈਕਟੀਰੀਆ ਜ਼ਮੀਨ ਦੇ ਵਿੱਚ ਫਿਰ ਜ਼ਿੰਦਾ ਰਹਿ ਸਕਦੇ ਆ 15 ਤੋਂ 20 ਸਾਲ 30 ਸਾਲ ਤੱਕ ਦਾ ਡਿਊਰੇਸ਼ਨ ਹੁੰਦਾ ਇਹਨਾਂ ਦਾ। ਤੇ ਉਹ ਜਿਸ ਵਕਤ ਹੀ ਉਹਨਾਂ ਨੂੰ ਟਾਈਮ ਮਿਲਦਾ ਜਾਂ ਜਗ੍ਹਾ ਮਿਲਦੀ ਹੈ ਦੂਸਰੇ ਜਾਨਵਰ 'ਤੇ ਅਟੈਕ ਕਰਨ ਦੀ, ਤਾਂ ਉਹ ਦੂਸਰੇ ਜਾਨਵਰ 'ਤੇ ਅਟੈਕ ਕਰ ਦਿੰਦੇ ਨੇ। ਤੇ ਇਹ ਜਿਹੜਾ ਗਿਲਟੀਆਂ ਨਾਲ ਤਾਂ ਫਿਰ ਅੱਗੇ ਤੋਂ ਅੱਗੇ ਟ੍ਰਾਂਸਫਰ ਹੁੰਦੀਆਂ ਰਹਿੰਦੀਆਂ, ਇੱਕ ਜਾਨਵਰ ਦੂਸਰਾ ਜਾਨਵਰ ਤੀਸਰਾ ਜਾਨਵਰ, ਫਿਰ ਆਹਿਸਤਾ ਆਹਿਸਤਾ ਜਿਹੜਾ ਨਾ ਸਾਰੇ ਜਾਨਵਰ ਇਹਦੇ ਵਿੱਚ ਇਹਦੀ ਜ਼ਾਤ ਦੇ ਵਿੱਚ ਆ ਜਾਂਦੇ ਨੇ। ਇਹਨਾਂ ਤੋਂ ਬਚਾਉਣ ਦਾ ਤਰੀਕਾਕਾਰ ਇਹੀ ਹੈ ਕਿ ਜਿਸਲੇ ਵੀ ਗਿਲਟੀ ਤੁਸੀਂ ਦੇਖੋ ਕਿ ਇਹਦੇ ਜਿਲਦ ਦੇ ਉੱਪਰੋਂ ਬਾਲ ਉਤਰਨਾ ਸ਼ੁਰੂ ਹੋ ਜਾਵੇ ਜਿੱਥੇ ਗਿਲਟੀ ਹੁੰਦੀ ਹੈ, ਤੇ ਦੂਸਰਾ ਰੈਡਨੈਸ ਆ ਜਾਵੇ, ਉਸ ਟਾਈਮ ਇਹਨਾਂ ਨੂੰ ਇੱਕ ਸਾਈਡ 'ਤੇ ਕਰਕੇ ਇਹਨਾਂ ਨੂੰ ਮੁਕੰਮਲ ਪ੍ਰੋਪਰ ਵਾਸ਼ ਕਰੋ। ਉਹ ਜਿਹੜਾ ਗੰਦ ਮਵਾਦ ਹੁੰਦਾ ਹੈ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਕੱਢ ਦਿਓ ਬਾਹਰ। ਤੇ ਚੂਨੇ ਦਾ ਇਸਤੇਮਾਲ ਲਾਜ਼ਮੀ ਕਰੋ ਬਾੜੇ ਦੇ ਵਿੱਚ, ਤਾਂ ਕਿ ਇੱਕ ਤਾਂ ਮੱਖੀਆਂ ਤੋਂ ਵੀ ਜਾਨ ਛੁਡਵਾਈ ਜਾਏ, ਤੇ ਦੂਸਰਾ ਐਸੇ ਜਿਹੜੇ ਟਿਊਮਰਸ ਹੁੰਦੇ ਨੇ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ 1-2 ਦਿਨ ਲਾਜ਼ਮੀ ਚੈੱਕ ਕਰੋ ਤਾਂ ਕਿ ਜਰਾਸੀਮ ਤੋਂ ਬਚਾਇਆ ਜਾ ਸਕੇ ਤੇ ਦੂਸਰੇ ਜਾਨਵਰਾਂ ਦੇ ਵਿੱਚ ਫੈਲਣ ਤੋਂ ਵੀ ਬਚਾਇਆ ਜਾ ਸਕੇ। ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਬਾੜੇ ਦੇ ਵਿੱਚ ਚੂਨੇ ਦਾ ਇਸਤੇਮਾਲ ਲਾਜ਼ਮੀ ਕਰੋ, ਤੇ ਮੁੰਡੇ ਚੂਨਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਮੁੰਡਿਆਂ ਨੇ। ਇੱਕ ਤਾਂ ਬਾੜਾ ਗਿੱਲਾ ਕਾਫੀ ਜ਼ਿਆਦਾ ਹੋਇਆ, ਇੱਕ ਤਾਂ ਜਰਾਸੀਮ ਜਿਹੜੇ ਨੇ ਤਲਫ ਹੋ ਜਾਣਗੇ, ਦੂਸਰਾ ਮੱਖੀ ਮੱਛਰ ਜਿਹੜਾ ਇੱਥੇ ਪੈਦਾ ਹੁੰਦਾ ਉਹ ਵੀ ਤਲਫ ਹੋ ਜਾਊਗਾ। ਇਹਦੇ ਨਾਲ 2-3 ਕੰਮ ਜਿਹੜੇ ਨੇ ਨਾ ਉਹ ਹੋ ਜਾਣੇ, ਯਾਨੀ ਕਿ ਬੈਕਟੀਰੀਆ ਤੇ ਜਿਹੜਾ ਗਿੱਲਾ ਵਾ ਇਹ ਵੀ ਖਤਮ ਹੋ ਜਾਊਗਾ, ਤੇ ਜਰਾਸੀਮ ਦੀ ਖਾਤਮੇ ਦੇ ਲਈ ਵੀ ਇਸਤੇਮਾਲ ਹੋ ਜਾਂਦਾ ਹੈ। ਤੀਸਰਾ ਇਹ ਕਿ ਜਿਹੜੇ ਹੈ ਨੇ ਬੈਕਟੀਰੀਆ ਵਗੈਰਾ ਜਾਂ ਮੱਖੀ ਮੱਛਰ ਦੀ ਅਫਜ਼ਾਇਸ਼ ਜਿਹੜੀ ਹੁੰਦੀ ਹੈ ਥੱਲੇ, ਤੇ ਉਹ ਜਿਹੜਾ ਨਾ ਸਾਰਾ ਕਲੀਅਰ ਹੋ ਜਾਊਗਾ। ਇੱਕ ਇਹ ਬਾੜਾ ਹੋ ਗਿਆ ਸਾਡਾ, ਇੱਕ 2 ਨੰਬਰ ਬਾੜਾ ਹੋ ਗਿਆ, ਇੱਧਰੋਂ ਆ 5 ਬੱਕਰੀਆਂ ਨੇ ਇੱਕ ਬਾੜੇ ਦੇ ਵਿੱਚ, ਉਹਨਾਂ ਦਾ ਵੀ ਹੋ ਗਿਆ। ਇਹ ਬਾਕੀ ਜਿਹੜਾ ਨਾ ਇਹ 2 ਬਾੜੇ ਅਗਲੇ ਨੇ ਰਹਿ ਗਏ, 2 ਬਾੜੇ ਇੱਧਰ ਰਹਿੰਦੇ ਨੇ, ਇਹਨਾਂ ਦੇ ਵਿੱਚ ਵੀ ਪੈ ਜਾਊਗਾ।
ਇੱਕ 8 ਨੰਬਰ ਬਾੜਾ ਰਹਿੰਦਾ ਸਾਡਾ ਐਂਡ ਤੇ, ਉਹਦੇ ਵਿੱਚ ਵੀ ਯਾਨੀ ਕਿ ਸਾਰਿਆਂ ਬਾੜਿਆਂ ਦੇ ਵਿੱਚ ਹੋ ਜਾਊਗਾ ਇੱਕ ਦਫਾ। ਤੇ ਜਰਾਸੀਮ ਜਿਹੜੇ ਨੇ ਬਿਲਕੁਲ ਖਤਮ ਹੋ ਜਾਣਗੇ ਉਸ ਦੇ ਵਿੱਚ। ਇਹ ਹੁਣ ਦੇਖਣ ਦੀ ਗੱਲ ਇਹ ਹੈ ਕਿ ਹੁਣ ਅਗਲੇ ਚੰਦ ਦਿਨਾਂ ਦੇ ਵਿੱਚ ਦੇਖਾਂਗੇ ਕਿ ਕਿਹੜੀ ਬਿਮਾਰੀ ਜਿਹੜੀ ਨਾ ਉਹ ਘਟੀ ਹੈ, ਯਾਨੀ ਕਿ ਡਾਇਰੀਆ ਘਟ ਰਿਹਾ ਵਾ, ਜਰਾਸੀਮ ਘਟ ਰਹੇ ਨੇ, ਮੱਖੀ ਘਟ ਰਹੀ ਹੈ। ਇਹਦੇ ਵਿੱਚ ਜਿਹੜਾ ਨਾ ਅਸੀਂ ਹੁਣ ਇਹ ਦੂਸਰਾ ਮੱਖੀਆਂ ਦੀ ਸਪਰੇਅ ਜਿਹੜੀਆਂ ਨਾ ਉਹ ਸ਼ਾਮ ਟਾਈਮ ਕਰਾਂਗੇ, ਯਾਨੀ ਕਿ ਜਿਸ ਵਕਤ ਧੁੱਪ ਖਤਮ ਹੋ ਗਈ ਨਾ, ਮਗਰਬ ਟਾਈਮ ਜਾਂ ਮਗਰਬ 10-15 ਮਿੰਟ ਪਹਿਲੇ। ਜੇ ਹੁਣ ਅਗਲੇ ਬਾੜੇ ਦੇ ਵਿੱਚ ਪਊਗਾ ਚੂਨਾ ਇੱਥੋਂ ਜੀ। ਫਿਰ ਬੱਤਖਾਂ ਦਾ ਸ਼ਡਿਊਲ ਜਿਹੜਾ ਨਾ ਚੇਂਜ ਹੋ ਗਿਆ ਤੇ ਅਸੀਂ ਤੁਹਾਨੂੰ ਅੱਜ ਪਾਕਿਸਤਾਨ ਦੀ ਜਿਹੜੀ ਪੜ੍ਹਾਈ ਹੈ ਨਾ ਉਹ ਪੜ੍ਹਾਣੀ ਆ। ਡਕ ਫੀਡਿੰਗ संडे, मंडे, ट्यूसडे के स्पेलिंग है जी TEUSDAY ट्यूसडे। वेडनेसडे WEDNEDAY वेडनेसडे। थर्सडे के स्पेलिंग है जी THARUSDAY। फ्राइडे के स्पेलिंग ठीक है मंडे एंड इवनिंग। लो जी आ शेड्यूल लग गया जे साडा। ਤੇ ਭੱਟ ਸਾਹਿਬ ਜੀ ਇਹ ਕਿਸ ਬੰਦੇ ਨੇ ਲਿਖਿਆ? ਇਹ ਜੀ ਆਪਣਾ ਮੌਸਮ ਸਾਹਿਬ ਨੇ ਜੀ, ਉਹ ਆਏ ਨੇ ਸੁਬਾ ਢਾਟੂ ਕੇ ਪਹਿਲਾ ਸ਼ਡਿਊਲ ਉਹ ਨਵਾਂ ਜਾਰੀ ਕਰਕੇ ਤੇ ਮੈਨੂੰ ਆ ਕੇ ਨੇ ਬਸ ਟਿਕ ਮਾਰ ਕਾਰ ਛੜੀ ਕਰਨੀ ਈਵਨਿੰਗ ਤੇ ਮਾਰਨੀ। ਕੰਮ ਸੌਖਾ ਕਰਕੇ ਤੁਹਾਡਾ ਕਿ ਪੜਨ ਵਾਲਾ ਕੰਮ ਸੌਖਾ ਕੇ ਕਰਕੇ ਨੇ ਸਰਕਾਰ ਪਤਾ ਤੇ ਲੱਗੇ ਨਾ। ਮੈਂ ਚਲੋ ਨਾ ਵਾ ਕੋਈ ਵੀ ਨਾ ਹੋਵੇ ਖੁਰਾਕ ਦਾ ਤੇ ਪਤਾ ਹੋਣਾ ਚਾਹੀਦਾ ਨਾ ਬੰਦੇ ਨੂੰ, ਇਹ ਖੁਰਾਕ ਪੈਣੀ। ਉਹ ਮੈਂ ਉਹਨਾਂ ਨੂੰ ਆਖਿਆ 2 ਪਲੇਟਾਂ ਸੁਬਾ 2 ਸ਼ਾਮ, ਇੱਕ ਵਿੱਚ ਗੰਦਮ ਦੀ ਵੀ ਪਲੇਟ। ਕਹਿੰਦੇ ਨੇ ਇੰਨਾ ਲੰਬਾ ਕੰਮ ਕਰਦੀ ਕਰ ਇਹ ਬਸ ਠੀਕ ਹੈ। ਚਲੋ ਠੀਕ। ਇਹਦੇ ਹੁਣ ਤੁਸੀਂ ਨਾ ਸਪੈਲਿੰਗ ਠੀਕ ਕਰ ਲਓ ਮਾਰਕਰ ਫੜ ਕੇ। ਬਸ ਸਪੈਲਿੰਗ ਤੇ ਹਸਨ ਸਾਹਿਬ ਵੀ ਕਰਨ ਦੇ। ਉਹਨੂੰ ਕਿਹਾ ਹੈ ਨਿੰਬੂਆਂ ਦਾ ਹਾਂਜੀ ਕੀ ਕੱਟਣ ਲੱਗਾ ਕਿ ਕਹਿੰਦਾ ਕੱਟ ਦੇ? ਮੈਂ ਕਿਹਾ 5 ਮਿੰਟਾਂ ਸਾਡੇ ਕੋਲ ਆ। ਚਲੋ ਆਰਡਰ ਦੇ ਕੇ ਆਇਆ ਹਾਂ। ਜੀ ਆ ਹੁਣ ਮੁੰਡੇ ਦੇਣ ਲੱਗ ਗਿਆ ਜੀ ਲੀਮੂ। ਪੰਜਾਬੀ ਦੇ ਵਿੱਚ ਨਿੰਬੂ ਕਹਿੰਦੇ ਨੇ ਤੇ ਉਰਦੂ ਦੇ ਵਿੱਚ ਲੀਮੂ, ਇੰਗਲਿਸ਼ ਦੇ ਵਿੱਚ ਲੈਮਨ। ਤੇ ਬੱਕਰੀਆਂ ਨੂੰ ਇਹਨਾਂ ਨੇ ਦੇਣੇ ਸ਼ੁਰੂ ਕਰ ਦਿੱਤੇ ਨੇ। ਜਿਹੜੀਆਂ ਸਾਡੀਆਂ ਹਾਮਲਾ ਬੱਕਰੀਆਂ ਨੇ ਉਹ ਪੱਠ ਹੈ ਇੱਕ, ਉਹ ਮਾਸ਼ਾਅੱਲਾ ਬੜੀ ਵੱਡੀ ਪੱਠ ਹੈ ਤੇ ਸੋਹਣੀ ਪੱਠ ਹੈ। ਇਹ ਦੇਖੋ ਇਹ ਫਸਟ ਟਾਈਮਰ ਆ। ਇਹਨਾਂ ਨੂੰ ਲੀਮੂ ਦਿੱਤੇ ਜਾ ਰਹੇ ਨੇ ਤਾਂ ਕਿ ਹਵਾਨੇ ਵਗੈਰਾ ਦੇ ਜਿਹੜੇ ਮਸਲੇ ਨੇ ਨਾ, ਥਾਣ ਛੋਟਾ ਵੱਡਾ ਉਹ ਕਲੀਅਰ ਹੋ ਜਾਣ। ਤੇ ਇਹ ਪਹਿਲਣ ਪੱਠਾ ਨੇ, ਨਾਲ ਵਾਲੀਆਂ ਵੀ ਪਹਿਲਣ ਪੱਠਾ ਨੇ। ਉਹ ਐਂਡ ਤੇ ਜਾ ਕੇ ਨਾ ਉਹ ਸੈਕਿੰਡ ਟਾਈਮਰ, ਕੁਝ ਥਰਡ ਟਾਈਮਰ ਬੱਕਰੀਆਂ ਨੇ ਉਹਨਾਂ ਨੂੰ ਵੀ ਦਿੱਤੇ ਜਾ ਰਹੇ ਆ। ਉਹਨਾਂ ਨੂੰ ਦੇ ਕੇ ਮੁੰਡੇ ਅੱਗੇ ਆ ਗਏ ਨੇ। ਇਹ ਬੱਕਰੀਆਂ ਜਿਹੜੀਆਂ ਨੇ ਨਾ ਹੁਣ ਫਸਟ ਟਾਈਮਰ, ਇੱਕ ਫਸਟ ਟਾਈਮਰ ਆ ਇੱਥੇ ਤੇ ਇੱਕ ਸੈਕਿੰਡ ਟਾਈਮਰ ਆ ਉਹ ਖੜੀ ਆ ਅਗਲੇ ਪਾਸੇ, ਜਿਹਨੇ ਮੂੰਹ ਇੰਜ ਨੂੰ ਕੀਤਾ, ਮੂੰਹ ਤੇ ਚਿੱਟੀ ਜਿਹੀ ਧਾਰੀ ਪਿੱਛੇ ਗ੍ਰਿਲ ਮੂੰਹ ਮਾਰ ਰਹੀ। ਉਹ ਬੱਕਰੀ ਸੈਕਿੰਡ ਟਾਈਮਰ ਆ, ਇਹ ਬੱਕਰੀ ਫਸਟ ਟਾਈਮਰ ਆ। ਇਹਨੂੰ ਦਿੱਤਾ ਜਾ ਰਿਹਾ। ਤੇ ਲੀਮੂ ਬਾਜ਼ ਔਕਾਤ ਅਸੀਂ ਸੁਣਦੇ ਹਾਂ ਕਿ ਲੀਮੂ ਦਿੱਤੇ ਜਾਂਦੇ ਨੇ। ਲੀਮੂ ਹਵਾਨੇ ਦੇ ਮਸਲੇ ਮਸਾਇਲੇ ਦਿੱਤੇ ਜਾਂਦੇ ਨੇ। ਅਗਰ ਜਾਨਵਰਾਂ ਦਾ ਤੁਸੀਂ ਦੇਖੋਗੇ ਥਣ ਛੋਟਾ ਵੱਡਾ ਤਾਂ ਉਹਦੇ ਵਿੱਚ ਜਿਹੜਾ ਨਾ ਤੁਸੀਂ ਲੀਮੂ, ਟਾਟਰੀ ਤੇ ਨਮਕ ਇਹ ਇਸਤੇਮਾਲ ਕਰ ਸਕਦੇ ਹੋ। ਉਹਦੇ ਨਾਲ ਵੀ ਇੱਕ ਤਾਂ ਹਵਾਨਾ ਜਿਹੜਾ ਨਰਮ ਰਹਿੰਦਾ ਹੈ ਤੇ ਦੂਸਰਾ ਥਣ ਛੋਟੇ ਵੱਡੇ ਹੋਣ ਤਾਂ ਉਹ ਵੀ ਕਲੀਅਰ ਹੋ ਜਾਂਦੇ ਨੇ। ਹੁਣ ਕਿੱਟ ਦੇ ਵਿੱਚ ਦੇਖਦੇ ਹਾਂ ਕਿ ਆਕਸੀ ਐਂਟੀਬਾਇਓਟਿਕ ਕੋਈ ਪਈ ਆ ਜਾਂ ਨਹੀਂ ਪਈ। ਅਗਰ ਆਕਸੀ ਪਈ ਹੋਈ ਤੇ ਫਿਰ ਨਾ ਆਪਾਂ ਇੱਕ ਬੱਕਰੀ ਆ ਉਹਦੇ ਮੂੰਹ ਤੇ ਜ਼ਖਮ ਨੇ ਥੋੜ੍ਹੇ ਜਿਹੇ, ਉਹ ਆਪਾਂ ਉਹਦੇ ਮੂੰਹ ਤੇ ਲਾ ਦਾਂਗੇ। ਉਹ ਮੈਗਲੋ ਐਨ ਕਿਓਰ ਆਕਸੈਲ ਲੱਭ ਗਈ। ਇਹ ਨਾ ਉਹਦੇ ਮੂੰਹ ਤੇ ਲਾ ਦਾਂਗੇ। ਉਹਦੇ ਮੂੰਹ ਤੇ ਬਣੇ ਹੋਏ ਨੇ ਦਾਣੇ। ਅੱਗੇ ਅਸੀਂ ਨਮਕ ਤੇ ਸਰਸੋਂ ਦਾ ਤੇਲ ਇਸਤੇਮਾਲ ਕੀਤਾ ਸੀਗਾ। ਅੱਜ ਜਿਹੜਾ ਨਾ ਆਕਸ ਐਲ ਜਿਹੜਾ ਨਾ ਇਹਦੇ ਮੂੰਹ ਤੇ ਲਾਵਾਂਗੇ। ਤੇ ਐਂਟੀਬਾਇਓਟਿਕ ਅਗਰ ਆਪਾਂ ਦੇਖਦੇ ਨਾ ਕਿ ਕੋਈ ਜ਼ਖਮ ਵਗੈਰਾ ਹੋਇਆ ਹੋਵੇ ਕਿਸੇ ਜਾਨਵਰ ਦੇ ਤਾਂ ਆਪਾਂ ਲਾਉਂਦੇ ਹਾਂ ਪੈਨਸਲੀਨ। ਮਗਰ ਜਿਹੜੀ ਹੈ ਨਾ ਆਕਸੀ ਟੈਟਰਾਸਾਈਕਲਿਨ, ਮੇਰੇ ਉਸਤਾਦ ਹੁਣੇ ਕਹਿੰਦੇ ਸੀਗੇ ਕਿ ਸਾਰੇ ਲੋਕ ਪੈਨਸਲੀਨ ਯੂਜ਼ ਕਰਦੇ, ਮਗਰ ਆਕਸੀ ਉਸ ਚੀਜ਼ ਨੂੰ ਜਲਦ ਖੁਸ਼ਕ ਕਰਦੀ ਹੈ। ਤੇ ਅਸੀਂ ਵੀ ਅੱਜ ਆਕਸੀ ਹੀ ਲਾਵਾਂਗੇ ਤੇ ਬਾਕੀ ਇਨਸ਼ਾਅੱਲਾ 2 ਦਿਨ ਬਾਅਦ ਤੁਹਾਨੂੰ ਦੱਸਾਂਗੇ ਵੀ ਇਹਦਾ ਰਿਜ਼ਲਟ ਕੀ ਆਇਆ। ਤੇ ਹੁਣ ਆਪਾਂ ਲਾਵਾਂਗੇ ਆਕਸ ਐਲ। ਉਹਦੇ ਮੂੰਹ ਤੇ ਲਾਣਾ ਕਿੱਦਾਂ ਵਾ, ਸਿਰਫ ਹੱਥ ਤੇ ਪਾ ਕੇ ਨਾ ਤੇ ਉਹਦੇ ਮੂੰਹ ਤੇ ਲਾ ਦੇਣਾ। ਉਹਦੀਆਂ ਅੱਖਾਂ ਦੇ ਆਲੇ ਦੁਆਲੇ ਵੀ ਜਿਹੜਾ ਨਾ ਸਰਕਲ ਦੇ ਵਿੱਚ ਦਾਣੇ ਵਗੈਰਾ ਬਣੇ ਹੋਏ ਨੇ ਉਹ ਵੀ ਲਾ ਦਾਂਗੇ, ਉੱਥੇ ਵੀ ਲਾ ਦਾਂਗੇ। ਸਿਰਫ ਹੱਥ ਦੇ ਨਾਲ ਉਹਨੂੰ ਫੜ ਕੇ ਤੇ ਲਾ ਦਾਂਗੇ ਉੱਤੇ, ਜਿੱਦਾਂ ਜ਼ਖਮਾਂ ਤੇ ਪਾਇਓਡੀਨ ਲਾਈ ਦੀ ਹੈ। ਸਾਰੇ ਬਾੜੇ ਦੇ ਮੋਗੇ ਨੇ ਤੇ ਚੌਧਰੀ ਸ਼ਫੀਕ ਰੋਟੀ ਲੈ ਕੇ ਆ ਗਿਆ। ਸਾਰਿਆਂ ਦੇ ਢਿੱਡ ਦਾ, ਸਾਰਿਆਂ ਦੇ ਪੇਟ ਦਾ ਮਾਲਕ ਆ ਫਿਲਹਾਲ। ਰੋਟੀ ਆ ਗਈ ਤੇ ਅੱਜ 3 ਰੋਟੀਆਂ ਲੱਭਣੀਆਂ ਜੀ, 3 एहसास हुआ है। नहीं नहीं खानी
ਤੂੰ ਸਾਹਮਣੇ ਲੈ ਕੇ ਆਣਾ ਰੋਟੀ ਖਾਣ ਚ ਮਾਸ਼ਾਅੱਲਾ ਰੋਟੀ ਆ ਗਈ। ਹੀਰਾ ਸਾਹਿਬ ਵੀ ਉੱਠੇ ਨੇ ਰੋਟੀ ਵੇਖ ਕੇ, ਨਹੀਂ ਉੱਠਣਾ ਇਹਨਾਂ ਨੇ ਕੋਈ ਨਹੀਂ ਸੀਗਾ 12:30 ਵਜੇ। गम है दुनिया के सारी रात जागना पड़ता है, दिन को सोते हैं जब सारे सो जाते हैं। जी हाँ, सच ही कहा है उल्लू इनको, रात को जागे और सो जाए दिन। अब जी जी ਤੁਸੀਂ ਸਵੇਰ ਦੇ ਉੱਠ ਕੇ ਆਏ ਹੋ, ਹੁਣ ਵਾੜੇ ਦੇ ਵਿੱਚ ਕੀ ਮਹਿਸੂਸ ਕਰ ਰਹੇ ਹੋ? महसूस कर रहे हैं जी कि ਪੈਸਾ ਢਾਇਆ ਸੀ ਅੱਜ। वाह जी वाह, बड़ी गल है जी। चूने शूने सट्टे ने, सफाइयां हो गई ने। ਅੱਜ मेरा ਮੱਖੀ ख्याल है नींबू शिंबू भी पे ने, कोई नींबू दिते गए ने, और ਅਸੀਂ- भी तो किसी बड़ा कुछ दिता होना। ਸਾਰਾ ਕੁਝ ਤਾਂ ਨਹੀਂ ਨਾ ਦੱਸਣਾ। हाँ जी हाँ जी। ਤੇ ਚਲੋ ਅੱਛੀ ਗੱਲ ਹੈ ਜੀ, ਜਾਨਵਰਾਂ ਵਾਸਤੇ ਜੋ ਇੱਥੇ ਆਏ ਵਾਂ ਅੱਜ ਇਹਨਾਂ ਮੱਖੀਆਂ ਦੀ ਦੇਖਭਾਲ ਤੇ ਹੋਣੀ ਅੱਜ ਚਾਹੀਦੀ। ਮੱਖੀਆਂ ਵਗੈਰਾ ਵੀ ਘੱਟ ਨੇ ਤੁਹਾਨੂੰ ਇੱਥੇ ਬਹੁਤ ਮਹਿਸੂਸ? ਬਹੁਤ ਘੱਟ ਨੇ, ਬਹੁਤ ਘੱਟ ਨੇ ਇਹ ਚੂਨੇ ਦਾ ਕਮਾਲ ਜੋ ਸਾਰਾ। ਜੀ ਹਾਂ। ਬਹੁਤ ਅੱਛੀ ਗੱਲ ਹੈ ਜੀ। ਡਾਕਟਰ ਸਾਹਿਬ ਇਹਨਾਂ ਦਾ ਕਿੰਨਾ ਟਾਈਮ ਹੋ ਗਿਆ? ਚੌਥਾ ਮਹੀਨਾ ਸ਼ੁਰੂ ਹੈ? ਇਹ ਚੌਥੇ ਮਹੀਨੇ ਚ ਕਰਵਾਈਆਂ ਸੀ ਅਸੀਂ, 9ਵੇਂ ਮਹੀਨੇ ਸੁਣੀਆਂ ਜਾ ਕੇ। ਇਹ ਅਗਲਾ 8ਵਾਂ ਤੇ 9ਵਾਂ ਸਤੰਬਰ ਵਿੱਚ, ਸਤੰਬਰ ਦੇ ਵਿੱਚ ਮਤਲਬ ਅਗਸਤ ਕੱਢੇਗਾ। ਅਗਸਤ ਕੱਢੇਗਾ। ਅਗਸਤ ਦੇ ਵਿੱਚ ਵੀ ਹਬਸ ਹੁੰਦਾ ਨਾ, ਗਰਮੀ ਕਾਫੀ ਜ਼ਿਆਦਾ ਹੋਣੀ ਹੈ। ਅਗਲਾ ਮਹੀਨਾ ਵੈਸੇ ਵੀ ਉਹ ਪੰਜਾਬੀ ਵਾਲੇ ਜਿਹੜੇ ਮਹੀਨੇ ਹੁੰਦੇ ਨੇ ਨਾ, ਉਹ ਉਹਨਾਂ 'ਚ ਜੀ ਸਾਵਣ ਭਾਦੋ, ਸਾਵਣ ਭਾਦੋਂ ਉਹ ਉਹ ਟਕਾ ਜਿਹੜਾ ਕੇ ਲੱਗਣਾ। ਜਿਹੜੀ ਅਗਲੇ ਸਾਲਾ- ਮਹੀਨੇ ਦੀ ਜਿਹੜੀ ਧੁੱਪ ਹੋਣੀ ਹੈ ਨਾ, ਬੜੀ ਭੈੜੀ ਜਿਹੀ ਬੜੀ ਭੈੜੀ ਹੋਣੀ। ਹੈ। ਬੱਕਰੀ ਲੈ ਰਹੀ ਹੈ ਜੀ ਮੂੰਹ ਖੋਲ ਕੇ ਸਾਹ, ਇਹਨੂੰ ਲੱਗਦੀ ਹੈ ਗਰਮੀ। ਇਹਦੀ ਅੰਮਾ ਜਿਹੜੀ ਨਾ, ਉਹਦਾ 15 ਲੱਖ ਰੁਪਇਆ ਲੱਗਾ ਸੀ ਰਗਾ। ਜੀ ਹਾਂ। ਉਹ ਅੰਮਾ ਇਹਦੀ ਅੱਲਾ ਨੂੰ ਪਿਆਰੀ ਹੋ ਗਈ ਸੀ, ਪ੍ਰੈਗਨੈਂਟ ਸੀਗੀ ਤੇ 5 ਬੱਚੇ ਸੀ ਉਹਦੇ ਪੇਟ 'ਚ। ਉਹਦਾ ਪੇਟ ਚਾਹ ਕੀਤਾ ਸੀਗਾ ਕਿ ਚਲੋ ਬੱਚੇ ਵੀ ਵੱਧ ਜਾਣ, ਮਗਰ ਘੱਟ ਦਿਨਾਂ ਦੇ ਸੀ। ਇਹ ਵੀ ਬੱਕਰੀ ਜਿਹੜੀ ਹੈ ਨਾ, ਇਹ ਵੀ ਘੱਟ ਦਿਨਾਂ ਦੀ ਸੀਗੀ। ਇਹ ਵੀ ਫਿਰ ਬੜੇ ਔਖੇ ਹੋ ਕੇ ਪਾਲੀ ਸੀ, ਮਗਰ ਇਹ ਮੇਰੇ ਆਉਣ ਤੋਂ ਪਹਿਲੇ ਦੀ। ਬੱਕਰੀ ਨੂੰ ਅਸੀਂ ਲਿਆ ਕੇ ਦੇਵਾਂਗੇ ਜੀ ਵਿਟਾਮਿਨ ਸੀ। ਵਿਟਾਮਿਨ ਸੀ ਜਿਹੜਾ ਨਾ, ਜਿਹੜੇ ਜਾਨਵਰ ਹੌਂਕਦੇ ਹੁੰਦੇ ਨੇ ਉਹਨਾਂ ਲਈ ਬਿਹਤਰੀਨ ਹੁੰਦਾ। ਵਿਟਾਮਿਨ ਸੀ ਆਪਣੇ ਜਾਨਵਰਾਂ ਵਿੱਚ ਲਾਜ਼ਮੀ ਯੂਜ਼ ਕਰੋ। ਸਿਰਫ ਇੱਕ ਆਹੀ ਬੱਕਰੀ ਹੈ ਜਿਹੜੀ ਹੌਂਕਦੀ ਹੈ, ਜਾਂ ਫਿਰ ਉਧਰ ਇੱਕ ਬੱਕਰਾ ਵਾ। 2 ਜਾਨਵਰ ਨੇ ਸਾਡੇ ਕੋਲ ਟੋਟਲ ਜਿਹੜੇ ਨਾ ਹੌਂਕਦੇ ਆ। ਮਗਰ ਅੱਜ ਜਿਹੜਾ ਨਾ ਹਵਾ ਵੀ ਚੱਲ ਰਹੀ ਆ, ਮੌਸਮ ਵੀ ਅੱਜ ਠੀਕ ਆ। ਧੁੱਪ ਦੇ ਵਿੱਚ ਖੜੇ ਹੋਈਏ ਤਾਂ ਫਿਰ ਮਹਿਸੂਸ ਹੁੰਦੀ ਆ, ਮਗਰ ਹਵਾ ਜਿਹੜੀ ਨਾ 12 ਵਜੇ ਤੋਂ ਬਾਅਦ ਹਵਾ ਚੱਲੀ ਹੈ, ਲੇਕਿਨ ਹੁਣ ਮੌਸਮ ਬਹੁਤ ਅੱਛਾ। ਹਾਂਜੀ, ਤੇ ਅੱਛੇ ਮੌਸਮ 'ਚ ਆ ਕੇ ਹੌਂਕਣ ਲੱਗ ਗਈ ਹੈ। ਬਸ ਸਵੇਰ ਤਾਂ ਠੀਕ ਸੀ, 12 ਵਜੇ ਤੱਕ ਠੀਕ ਸੀ। 12:30 ਵਜੇ ਗਏ ਅਸੀਂ ਤੋਂ। ਗਾਣਾ ਤਾਂ ਸੁਣਿਆ ਹੀ ਹੋਣਾ ਤੁਸੀਂ, ਸਵੈਗ ਸੇ ਕरेंगे सबका स्वागत। ਲੋ ਜੀ, ਸਵਾਗਤ ਕਰਨ ਲਈ ਕੁੱਤੇ ਆ ਗਏ। ਹੁਣ ਕਰਾਂਗੇ ਜੀ ਪੋਲਟਰੀ ਫਾਰਮ ਦਾ ਇੱਕ ਦਫਾ ਵਿਜ਼ਿਟ, ਤੇ ਫਿਰ ਵਾਪਸ ਆਪਣੀ ਨਗਰੀ। ਲੋ ਵੀ ਹੁਣ ਆ ਗਏ ਆਪਾਂ ਕਾਈ ਚੈੱਕ ਕਰਨ, ਤੇ ਬੱਚੇ ਮਾਸ਼ਾਅੱਲਾ ਕੁਰਬਾਨੀ ਵਾਲੇ ਅਗਲੇ ਸੀਜ਼ਨ ਲਈ ਤਿਆਰੀ ਸ਼ੁਰੂ ਉਹਨਾਂ ਦੀ। ਚਾਰਾ ਖਾ ਰਹੇ ਆ ਫਿਲਹਾਲ। ਜਿਹੜਾ ਨਾ ਪੱਠੇ ਖਾਣਗੇ, ਜਿਹੜਾ ਵੀ ਚਾਰਾ ਅਵੇਲੇਬਲ ਹੋਊਗਾ ਮੌਸਮ ਦੇ ਹਿਸਾਬ ਦੇ ਨਾਲ। ਤੇ ਉਸ ਤੋਂ ਬਾਅਦ ਜਿਹੜਾ ਵਾ ਜਿਸਲੇ ਲਾਗੇ ਆ ਜਾਣਗੇ ਕੁਰਬਾਨੀ, ਤੇ 2 ਮਹੀਨੇ ਪਹਿਲੇ ਜਿਹੜੇ ਇਹਨਾਂ ਨੂੰ ਵੰਡਾ, 3 ਮਹੀਨੇ ਪਹਿਲੇ ਇਹਨਾਂ ਵੰਡਾ ਪਾਣਾ ਸ਼ੁਰੂ ਕਰ ਦੇਣਗੇ। ਇਸ ਗਾਂ ਦਾ ਕਰਨਾ ਜੀ ਥਣ ਚੈੱਕ, ਮੂੰਹ ਸੜੀ ਪਣੀ ਹੈ ਇਹਨੂੰ ਦੇਖਦੇ। ਡੇਰੇ ਤੇ ਮੁੰਡਾ ਕੁੱਤਰਦਾ ਪਿਆ ਪੱਠੇ, ਤੇ ਗਾਂ ਨੂੰ ਲੱਗੇ ਨੇ ਟੀਕੇ। ਵੰਗਾ ਖੋਲ ਦੋ ਇਹਦਾ। ਗਾਂ ਦੇ ਨਾ ਥਣ ਦੇ ਵਿੱਚ ਰੋੜੀ ਬਣੀ ਆ, ਪਹਿਲੇ ਮੂੰਹ ਦੇ ਉੱਪਰ ਸੀਗੀ ਜਿੱਦਾਂ ਮੂੰਹ ਸੜੀ ਹੁੰਦੀ ਨਾ, ਬਿਲਕੁਲ। ਹੁਣ ਜਿਹੜਾ ਨਾ ਸੈਂਟਰ ਦੇ ਵਿੱਚ ਜਾ ਕੇ ਗਿਲਟੀ ਜਾਈ ਆ, ਉਹ ਵੀ ਇਨਸ਼ਾਅੱਲਾ ਕੱਲ੍ਹ ਤੱਕ ਠੀਕ ਹੋ ਜਾਊ। ਵਿਟਾਮਿਨ ਲਾਤਾ, ਪੇਨ ਕਿਲਰ ਲਾਤਾ, ਲੋਕਸਨ, ਤੇ ਨਾਲ ਅਮੋਕਸੀਸਿਲਿਨ ਲਾਤੇ ਇੰਪੋਰਟਡ। ਤੇ ਇਨਸ਼ਾਅੱਲਾ ਜਿਹੜਾ ਨਾ ਕੱਲ੍ਹ ਸ਼ਾਮ ਤੱਕ ਜਾਂ ਪਰਸੋਂ ਤੱਕ ਬਿਲਕੁਲ ਰਿਕਵਰ ਹੋ ਜਾਏਗੀ। ਨਿੰਬੂ ਵੀ ਦਿੱਤੇ ਆ ਇਹਨਾਂ ਨੇ, ਨਿੰਬੂ ਵੀ ਥੱਲੇ ਪਏ ਹੋਏ ਨੇ, ਥੱਲੇ ਨਿੰਬੂ ਵੀ ਪਏ ਹੋਏ ਨੇ। ਡਰ ਕੇ ਗਾਂ ਦਾ ਜਿਹੜਾ ਨਾ ਗੋਹਾ ਵੀ ਨਿਕਲ ਜਾਂਦਾ, ਜਿਹਨੂੰ ਗੋਬਰ ਕਹਿੰਦੇ ਆ ਆਪਾਂ। ਇਹ ਗਾਂ ਜੀ ਤਿਆਰ ਆ ਮਾਸ਼ਾਅੱਲਾ, ਦਿਨ ਪੂਰੇ ਹੋ ਗਏ ਨੇ ਇਹਦੇ। 1 ਦਿਨ ਉੱਪਰ ਲੈ ਗਈ ਆ ਹੁਣ ਦੇਖੋ, ਕਿਉਂਕਿ ਜਿਹੜਾ ਵੀ ਗੱਭਣ ਜਾਨਵਰ ਹੁੰਦਾ ਨਾ, ਉਹਦਾ ਜਿੰਨਾ ਡਿਊਰੇਸ਼ਨ ਹੁੰਦਾ ਨਾ, ਯਾਨੀ ਕਿ ਉਹ 9 ਮਹੀਨੇ ਬਾਅਦ ਹੁੰਦੀ, ਤਾਂ ਉਹ 9 ਦਿਨ ਉੱਪਰ ਲੈ ਕੇ ਜਾ ਸਕਦੀ ਆ। ਚੰਗੀ ਤਰ੍ਹਾਂ ਮੋਟਰਸਾਈਕਲ ਦਾ ਕੰਮ ਛੱਡ ਕੇ ਚਾਹ ਬਣਾਉਣੀ ਸ਼ੁਰੂ ਕਰ। ਮੈਂ ਚਾਹ ਦਾ ਕੰਮ ਕੀਤਾ ਨਾ ਵਾਵਾ ਕੀਤਾ। ਮੈਂ 5 ਸਾਲ ਕੰਮ ਕੀਤਾ ਚਾਹ ਦਾ। ਉਹ ਇਹਨੂੰ ਨਾ ਬਣਾਉਣ ਦਿਆ ਕਰੋ ਇੱਥੇ। ਨਹੀਂ ਨਾ ਠੀਕ ਆ, ਤਾਂ ਮੈਂ ਉੱਥੇ ਚਾਹ ਦਾ ਕੰਮ ਸ਼ੁਰੂ ਕਰ ਲੈਣਾ। ਇਹ ਦੋ ਇਹ ਇਹਨੇ ਮੋਟਾ ਤੇ ਦੂਜਾ ਮੋਟੇ ਨੇ ਗਾਲ ਕੱਢੀ ਹੈ। ਕੱਢਣੀ ਨਹੀਂ ਕਿ ਬਸ ਦੱਸ ਦੇ। ਮੋਟੇ ਨੇ ਗਾਲ ਕੱਢੀ ਹੈ ਦੂਜੇ ਨੇ। ਅੱਛਾ,
ਬਹੁਤ ਸਕੂਨ ਹੈ ਜ਼ੈਨ ਸ਼ਾਹ ਤੇ ਰਿਹਾਨ ਰਹਿਣ ਉਹ ਕਹਿੰਦਾ ਤੂੰ ਗੱਲ ਕਿਹਨੂੰ ਕੱਢੀ ਹੈ ਕਹਿੰਦਾ ਆ ਕੇ ਉਹ ਬੱਕਰੀ ਨੂੰ ਪੁੱਛਿਆ ਪਾ ਦੇ ਕੀ ਆਖੇ ਸੋ ਕਹਿੰਦਾ ਮੈਂ ਡੋਡਰ ਸੈੱਟ ਕਰਕੇ ਤੇ ਆ ਜਾਣ ਮੈਂ ਪਾ ਦੇਣਾ ਕਹਿੰਦਾ ਭੈਣ ਕਹਿੰਦਾ ਉਹਨੇ ਕਿਹਾ ਮੈਂ ਤੈਨੂੰ ਦੱਸਣਾ ਲੱਗ ਗਿਆ ਨਾ